चार बंदे सी, कोई साडी कोई रैली नहीं सी। ਜਦੋਂ मैं उत्थे गेट ते पहुंचिया जी ਤੇ मैं ਜਦੋਂ ਜਾਣ ਲੱਗਿਆ ਤੇ ਵਾਹਵਾ ਉੱਥੇ ਪੁਲਿਸ ਅਫਸਰ ਖੜੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਮੱਥਾ ਟੇਕਣਾ। ਉਹ ਕਹਿੰਦੇ ਜੀ ਇਹ VIP ਲਾਈਨ ਆ, ਵੀ ਤੁਸੀਂ ਇਧਰੋਂ ਨਹੀਂ ਜਾ ਸਕਦੇ। ਤੇ ਮੈਂ ਕਿਹਾ ਜੀ ਮੈਨੂੰ ਕੋਈ ਦੂਜੀ ਲਾਈਨ ਦੱਸ ਦਿਓ ਜਿੱਧਰ ਨਾਰਮਲ ਲੋਕ ਜਾਂਦੇ ਆ। ਮੈਂ ਰਾਹ 'ਚ ਉੱਥੇ ਮੱਥਾ ਟੇਕ ਕੇ ਜਾਣਾ ਸੀ, ਪਰ ਜਿਹੜੇ ਬੰਦੇ ਸਪੈਸ਼ਲ ਕੋਈ ਅਬੋਹਰ ਤੋਂ ਆਉਂਦਾ, ਭਗਤ ਸਿੰਘ ਇਕੱਲੇ ਪੰਜਾਬ ਦਾ ਨਹੀਂ ਹੈਗਾ ਜੀ, ਭਗਤ ਸਿੰਘ ਸਾਰੇ ਦੇਸ਼ ਦਾ। ਕੋਈ ਬੰਦਾ ਰਾਜਸਥਾਨ ਤੋਂ ਆਉਂਦਾ, ਕੋਈ ਬੰਦਾ ਦਿੱਲੀ ਤੋਂ ਆਉਂਦਾ, ਤਾਂ ਉਹਦਾ ਮਤਲਬ ਇਹ ਆ ਫਿਰ ਉਹਨੂੰ ਤਾਂ ਉੱਥੇ ਵੜਨ ਹੀ ਨਹੀਂ ਦਿੱਤਾ ਜਾਊਗਾ। ਇਹ ਸਾਡੀ ਹੀ ਬੇਇੱਜ਼ਤੀ ਆ, ਕਿਉਂਕਿ ਇਹ ਸੂਬੇ ਦੀ ਬੇਇੱਜ਼ਤੀ ਆ। ਅਸੀਂ ਅੱਜ ਅੰਦੋਲਨ ਛੇੜਿਆ ਹੋਇਆ, ਸੜਕਾਂ ਤੇ ਆਏ ਆ, ਤੇ ਬਾਹਰ ਜਦੋਂ ਇਹ ਨਿਊਜ਼ ਪਹੁੰਚੂਗੀ ਤਾਂ ਉਹ ਕਹਿਣਗੇ ਇਹਨਾਂ ਦਾ ਆਪਸ 'ਚ ਨਹੀਂ ਬਣਦੀ, ਇਹਦਾ ਆਪਸ 'ਚ ਸਿਸਟਮ ਇਹਨਾਂ ਦਾ ਸਹੀ ਨਹੀਂ ਆ ਰਿਹਾ, ਤੇ ਇਹਨਾਂ ਨੇ ਕੀ ਹੱਕ ਲੈਣੇ ਨੇ। ਅਸੀਂ ਗੀਤਾਂ 'ਚ ਜੱਟ ਕਰੀ ਜਾਈਏ, ਕਰਦੇ ਆ, ਮੈਂ ਤਾਂ ਮੇਰੀ ਤਾਂ ਰੋਜੀ ਰੋਟੀ ਉਹਨਾਂ ਦੇ ਸਿਰ ਤੇ ਚੱਲਦੀ ਆ। ਤੇ ਅੱਜ ਜਦੋਂ ਨਿੱਜੀ ਤੌਰ ਤੇ ਸਾਡਾ ਫਰਜ਼ ਵੀ ਸੀ ਤੇ ਸਾਡੀ ਉਹਨਾਂ ਨੂੰ ਲੋੜ ਵੀ ਸੀ, ਤਾਂ ਮੈਨੂੰ ਲੱਗਦਾ ਸਾਡਾ ਖੜਨਾ ਬਣਦਾ ਸੀ। ਤੇ ਸਾਡੀ ਇੰਡਸਟਰੀ ਨੇ ਜਿਹੜਾ ਸਾਡੇ ਤੇ ਧੱਬਾ ਲੱਗਿਆ ਹੋਇਆ ਕਿ ਯੂਥ ਨੂੰ ਵਿਗਾੜਦੇ ਆ, ਇੱਦਾਂ ਕਰਦੇ ਆ, ਉਹ ਲਾਤਾ। ਭਾਈ ਉਹ ਵਿਰੋਧ ਕਰਨ ਨਹੀਂ ਖੜਦੇ, ਕਿਉਂਕਿ ਉਹ ਕਹਿੰਦੇ ਨੇ ਕਿ ਇਹ ਜਿਹੜੇ ਕਲਾਕਾਰ ਲੱਗੇ ਨੇ ਅੱਜ ਕੱਲ ਇਹਨਾਂ ਦਾ ਧੰਦਾ ਬੰਦ ਹੋਇਆ, ਮੇਲੇ ਬੰਦ ਹੋਏ, ਖਾੜੇ ਬੰਦ ਹੋਏ ਆ, ਤਾਂ ਕਰਕੇ ਇਸ ਰਾਹ ਤੁਰ ਪਏ। ਨਹੀਂ ਤੇ ਪਹਿਲਾਂ ਵੀ ਤਾਂ ਕਿੰਨੇ ਸੰਘਰਸ਼ ਹੋਏ ਨੇ। ਸਾਨੂੰ ਕੋਈ ਪੜ੍ਹਿਆ ਲਿਖਿਆ ਬੇਦਾਗ ਜਿਹਦਾ ਪੰਜਾਬ ਹਤੈਸ਼ੀ ਹਮਦਰਦ ਲੀਡਰ, ਸਾਨੂੰ ਉਹ ਲੀਡਰ ਚਾਹੀਦਾ। ਹੁਣ ਇੱਕਦਮ ਤਾਂ ਉਹ ਪੈਦਾ ਹੋਣ ਨਹੀਂ ਲੱਗਿਆ, ਰਣਨੀਤੀ ਲਿਖਣੀ ਪੈਣੀ ਆ। ਸੋ ਕਿਤੇ ਨਾ ਕਿਤੇ ਜਾ ਕੇ ਰਣਨੀਤੀ ਦੀ ਘਾਟ ਹੈ। ਪੰਜਾਬ ਦੀ ਜਵਾਨੀ ਅਤੇ ਕਲਾਕਾਰੀ ਅੱਜ ਕਿਸਾਨੀ ਦੇ ਹੱਕ ਵਿੱਚ ਡਟ ਗਈ। ਬਟਾਲਾ ਦੇ ਵਿੱਚ ਕਲਾਕਾਰਾਂ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਹਦੇ ਵਿੱਚ ਨੌਜਵਾਨਾਂ ਦਾ ਹੜ੍ਹ ਆਇਆ। ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਇਹ ਨੌਜਵਾਨੀ ਇੱਕ ਚੰਗੀ ਸੋਚ ਲੈ ਕੇ ਕਿਸਾਨੀ ਦੇ ਹੱਕ ਦੇ ਵਿੱਚ ਡਟੀ। ਸਭ ਤੋਂ ਪਹਿਲਾਂ ਕਲਾਕਾਰ ਡਟੇ ਸਨ ਜਸ ਬਾਜਵਾ, ਕਿਉਂਕਿ ਜਸ ਬਾਜਵਾ ਦੇ ਕਿਸਾਨੀ ਉੱਤੇ ਵੀ ਬਹੁਤ ਸਾਰੇ ਗੀਤ ਆਏ ਸਨ, ਜੱਟਵਾਦ ਦੇ ਉੱਪਰ ਵੀ ਬਹੁਤ ਸਾਰੇ ਗੀਤ ਆਏ, ਪਰ ਜੱਟਾਂ ਦੇ ਹੱਕ ਦੇ ਵਿੱਚ, ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਜਸ ਬਾਜਵਾ ਹੀ ਖੜੇ ਸਨ। ਬਾਜਵਾ ਸਾਹਿਬ ਸਾਡੇ ਨਾਲ ਹੈਗੇ ਨੇ, ਇਹ ਅੱਜ ਖਟਕੜ ਕਲਾਂ ਦੇ ਵਿੱਚ ਵੀ ਗਏ ਸੀ, ਪਰ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਖਟਕੜ ਕਲਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਪ੍ਰਣਾਮ ਨਹੀਂ ਕਰਨ ਦਿੱਤਾ ਗਿਆ। ਕਾਰਨ ਕੀ ਸੀ, ਪੁੱਛਦੇ ਹਾਂ ਬਾਜਵਾ ਸਾਹਿਬ। ਧੰਨਵਾਦ ਕਰਦੇ ਹਾਂ ਤੁਹਾਡਾ ਕਿ ਇੱਕ ਚੰਗੀ ਸੋਚ ਲੈ ਕੇ ਨਿਕਲੇ ਹੋ, ਇੱਕ ਚੰਗੀ ਕਿਸਾਨੀ ਦੇ ਲਈ ਨਿਕਲੇ ਹੋ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਖਟਕੜ ਕਲਾਂ ਦੇ ਵਿੱਚ ਤੁਹਾਨੂੰ ਐਂਟਰ ਕਿਉਂ ਨਹੀਂ ਹੋਣ ਦਿੱਤਾ? ਆਈ ਡੋਂਟ ਨੋ, ਉੱਥੇ ਕੋਈ ਉਹਨਾਂ ਦੇ ਪ੍ਰੋਟੋਕਾਲ ਦਾ ਸਿਸਟਮ ਸੀ ਕੋਈ। ਸਾਡੀ ਉੱਥੇ ਜਿਵੇਂ ਪੋਲੀਟੀਕਲ ਪਾਰਟੀਆਂ ਦੀ ਉੱਥੇ ਆਪਣਾ ਰੋਸ ਮੁਜ਼ਾਹਰਾ ਨਹੀਂ, ਆਪਣੀਆਂ ਕਾਨਫਰੰਸਾਂ ਉੱਥੇ ਕਰਦੇ ਆ। ਸੋ ਸਾਡੇ ਰੋਲ ਮਾਡਲ ਨੌਜਵਾਨਾਂ ਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਪਿੰਡ, ਬੇਸਿਕਲੀ ਸਾਡਾ ਕੋਈ ਪਲਾਨ ਨਹੀਂ ਸੀਗਾ। ਸਾਡਾ ਇੱਥੇ ਅਸੀਂ ਬਟਾਲੇ ਤੇ ਗੁਰਦਾਸਪੁਰ ਅੱਜ 2 ਰੈਲੀਆਂ ਸੀ, ਇੱਥੇ ਆਉਣਾ ਸੀ। ਤੇ ਮੈਂ ਸੋਚਿਆ ਵੀ ਜਾਂਦੇ ਜਾਂਦੇ ਜਦੋਂ ਆਪਾਂ ਜਾਣਾ ਹੀ ਆ ਰਾਹ 'ਚ, ਤੇ ਆਪਾਂ ਉੱਥੇ ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਟ ਕਰਕੇ ਮੱਥਾ ਟੇਕ ਚੱਲਦੇ ਆ। ਚਾਰ ਬੰਦੇ ਸੀ, ਕੋਈ ਸਾਡੀ ਕੋਈ ਰੈਲੀ ਨਹੀਂ ਸੀ। ਜਦੋਂ ਮੈਂ ਉੱਥੇ ਗੇਟ ਤੇ ਪਹੁੰਚਿਆ ਜੀ ਤੇ ਮੈਂ ਜਦੋਂ ਜਾਣ ਲੱਗਿਆ ਤੇ ਵਾਹਵਾ ਉੱਥੇ ਪੁਲਿਸ ਅਫਸਰ ਖੜੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਮੱਥਾ ਟੇਕਣਾ। ਉਹ ਕਹਿੰਦੇ ਜੀ ਇਹ VIP ਲਾਈਨ ਆ, ਵੀ ਤੁਸੀਂ ਇਧਰੋਂ ਨਹੀਂ ਜਾ ਸਕਦੇ। ਤੇ ਮੈਂ ਕਿਹਾ ਜੀ ਮੈਨੂੰ ਕੋਈ ਦੂਜੀ ਲਾਈਨ ਦੱਸ ਦਿਓ ਜਿੱਧਰ ਨਾਰਮਲ ਲੋਕ ਜਾਂਦੇ ਆ। VIP ਲਾਈਨ 'ਚੋਂ ਤਾਂ ਚਲੋ ਮੈਂ ਜਾਣਾ ਵੀ ਨਹੀਂ ਹੈਗਾ। ਉਹ ਕਹਿੰਦੇ ਵੀ ਨਾਰਮਲ ਲਾਈਨ ਵੀ ਕੋਈ ਨਹੀਂ ਹੈਗੀ, ਵੀ 1 ਵਜੇ ਤੱਕ ਇੱਥੇ ਪ੍ਰੋਪਰ ਕੋਈ ਵੀ ਬੰਦਾ ਅੰਦਰ ਐਂਟਰ ਨਹੀਂ ਕਰਨ ਦੇਵਾਂਗੇ। ਮੈਂ ਕਿਹਾ ਜੀ ਕਾਰਨ? ਕਹਿੰਦੇ ਵੀ ਇੱਥੇ ਸਰਕਾਰੀ ਅੱਜ ਜਿੰਨੇ ਵੀ ਪੰਜਾਬ ਸਰਕਾਰ ਦੇ ਆਗੂਆਂ ਨੇ ਪਹੁੰਚਣਾ ਹੈ ਤੇ 1 ਵਜੇ ਤੋਂ ਬਾਅਦ ਆਮ ਲੋਕਾਂ ਲਈ ਇਹ ਖੁੱਲੂਗਾ। ਸੋ ਮੈਨੂੰ ਲੱਗਿਆ ਵੀ ਚਲੋ ਮੈਂ ਤਾਂ ਬਾਇਆ ਰੋਡ ਮੈਨੂੰ ਆ ਗਿਆ, ਮੈਂ ਰਾਹ 'ਚ ਉੱਥੇ ਮੱਥਾ ਟੇਕ ਕੇ ਜਾਣਾ ਸੀ। ਪਰ ਜਿਹੜੇ ਬੰਦੇ ਸਪੈਸ਼ਲ ਕੋਈ ਅਬੋਹਰ ਤੋਂ ਆਉਂਦਾ, ਭਗਤ ਸਿੰਘ ਇਕੱਲੇ ਪੰਜਾਬ ਦਾ ਨਹੀਂ ਹੈਗਾ ਜੀ, ਭਗਤ ਸਿੰਘ ਸਾਰੇ ਦੇਸ਼ ਦਾ। ਕੋਈ ਬੰਦਾ ਰਾਜਸਥਾਨ ਤੋਂ ਆਉਂਦਾ, ਕੋਈ ਬੰਦਾ ਦਿੱਲੀ ਤੋਂ ਆਉਂਦਾ, ਤਾਂ ਉਹਦਾ ਮਤਲਬ ਇਹ ਆ ਫਿਰ ਉਹਨੂੰ ਤਾਂ ਉੱਥੇ ਵੜਨ ਹੀ ਨਹੀਂ ਦਿੱਤਾ ਜਾਊਗਾ। ਸੋ ਮੈਨੂੰ ਲੱਗਦਾ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਦੱਸੀ ਅੱਜ ਤੁਸੀਂ ਕਿ ਇਹ ਇੱਕ ਮੀਡੀਆ ਵੀ ਸੀ, ਆਲਰੇਡੀ ਸਾਰੀ ਮੀਡੀਆ ਵੀ ਉੱਥੇ ਸੀ। ਮੈਂ ਕੋਈ ਇਹਨੂੰ ਇਹ ਸਾਡੀ ਹੀ ਬੇਇੱਜ਼ਤੀ ਆ, ਕਿਉਂਕਿ ਇਹ ਸੂਬੇ ਦੀ ਬੇਇੱਜ਼ਤੀ ਆ। ਅਸੀਂ ਅੱਜ ਅੰਦੋਲਨ ਛੇੜਿਆ ਹੋਇਆ, ਸੜਕਾਂ ਤੇ ਆਏ ਆ, ਤੇ ਬਾਹਰ ਜਦੋਂ ਇਹ ਨਿਊਜ਼ ਪਹੁੰਚੂਗੀ ਤਾਂ ਉਹ ਕਹਿਣਗੇ ਇਹਨਾਂ ਦਾ ਆਪਸ 'ਚ ਨਹੀਂ ਬਣਦੀ, ਇਹਦਾ ਆਪਸ 'ਚ ਸਿਸਟਮ ਇਹਨਾਂ ਦਾ ਸਹੀ ਨਹੀਂ ਆ ਰਿਹਾ, ਤੇ ਇਹਨਾਂ ਨੇ ਕੀ ਹੱਕ ਲੈਣੇ ਨੇ। ਸੋ ਮੈਨੂੰ ਲੱਗਦਾ ਵੀ ਜਿੱਥੇ ਚਲੋ ਸਿਆਸਤਾਂ ਕਰੋ, ਇਹ ਚੱਲਦਾ ਆਇਆ ਸਿਸਟਮ, ਜੰਮ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ ਇਸ ਚੀਜ਼ ਤੋਂ। ਪਰ ਸਾਨੂੰ ਪ੍ਰੋਬਲਮ ਇਹ ਆ ਜਿਹੜੇ ਸਾਡੇ ਰੋਲ ਮਾਡਲ ਨੇ, ਜਿਹੜੇ ਸਾਡੇ ਹੀਰੋ ਨੇ, ਤੁਸੀਂ ਉਹਨਾਂ ਦੀਆਂ ਸਮਾਧਾਂ ਤੇ ਜਾ ਕੇ ਕੁਝ ਐਦਾਂ ਦਾ ਨਾ ਕਰੋ ਜਿਹਦੇ ਨਾਲ ਜਿਹੜੀ ਤੁਹਾਡੀ ਇਮੇਜ ਆ ਉਹ ਪਬਲਿਕ 'ਚ ਨੈਗੇਟਿਵ ਜਾਵੇ। ਸਿਆਸਤਾਂ ਕਰੋ, ਕਾਨਫਰੰਸਾਂ ਕਰੋ, ਤੁਸੀਂ, ਸਾਨੂੰ ਕੋਈ ਚੱਕਰ ਨਹੀਂ, ਪਰ ਉੱਥੇ VIP ਕਲਚਰ ਨਾ ਹਾਵੀ ਕਰੋ, ਭਾਰੂ ਕਰੋ। ਕਿ ਉੱਥੇ ਮੇਰੇ ਦਿਲ 'ਚ ਇੱਕਦਮ ਇਹ ਆਇਆ ਵੀ ਯਾਰ, ਵੀ ਜੇ ਮੈਨੂੰ ਭਗਤ ਸਿੰਘ ਦੀ ਸਮਾਧ ਤੇ ਮੱਥਾ ਨਹੀਂ ਟੇਕਣ ਦਿੱਤਾ ਜਾਂਦਾ ਤਾਂ ਫਿਰ ਮੈਂ ਕੱਲ ਨੂੰ ਕੀ ਕਿਸੇ ਨੂੰ ਇਹ ਕਹਿ ਸਕਦਾ ਕਿ ਹਾਂ ਯਾਰ ਇਹ ਸਰਕਾਰ ਸਾਡੇ ਨਾਲ ਖੜੀ ਹੈ। ਇਹ ਤਾਂ ਬੜੀ ਮੈਨੂੰ ਲੱਗਦਾ ਕਿ ਤਰਾਸਦੀ ਵਾਲੀ ਗੱਲ ਹੈ ਕਿ ਅੱਜ ਦੇ ਦਿਨ ਨਹੀਂ ਜੇ ਮੱਥਾ ਟੇਕਣ ਦਿੱਤਾ ਤਾਂ ਫਿਰ ਮੱਥਾ ਕਦੋਂ ਟੇਕਣਾ? ਚਲੋ ਠੀਕ ਹੈ, ਦੇਖੋ ਨੌਜਵਾਨੀ ਹੈ ਨਾ ਜੀ, ਜਿਹੜੀ ਇਹ ਰੋਸ ਮੁਜ਼ਾਹਰਾ ਜਿਹੜਾ ਚੱਲਿਆ, ਇੱਕ ਲਹਿਰ ਬਣੀ ਹੋਈ ਆ। ਇਹਦੇ 'ਚ ਸਭ ਤੋਂ
ਜ਼ਿਆਦੇ ਨੌਜਵਾਨ ਅੱਗੇ ਆ ਕੇ ਤੁਸੀਂ ਦੇਖ ਰਹੇ ਹੋ ਵੱਖ-ਵੱਖ ਸ਼ਹਿਰਾਂ 'ਚ ਧਰਨਿਆਂ 'ਚ ਡਟੇ ਹੋਏ ਆ। ਹੁਣ ਨੌਜਵਾਨ ਆਪਣਾ ਰੋਲ ਮਾਡਲ ਮੰਨਦਾ ਭਗਤ ਸਿੰਘ ਨੂੰ, ਤਾਂ ਅੱਜ ਦਾ ਦਿਨ ਉਹ ਦਿਨ ਸੀ, ਧਰਨੇ ਚੱਲ ਰਹੇ ਨੇ, ਰੈਲੀਆਂ। ਕਈ ਬੰਦਿਆਂ ਦੇ ਦਿਲ 'ਚ ਇਹ ਆਈ ਹੋਊਗੀ ਵੀ ਯਾਰ ਅਸੀਂ ਜਾਈਏ ਉੱਥੇ ਤੇ ਅੱਜ ਸਹੁੰ ਖਾਈਏ ਵੀ ਹਾਂ ਯਾਰ ਡਟੇ ਰਹਾਂਗੇ। ਮੈਂ ਵੀ ਆਪਦੇ ਆਪ ਨਾਲ ਇੱਕ ਵਾਅਦਾ ਕਰਨ ਗਿਆ ਸੀ ਉੱਥੇ ਵੀ ਡਟੇ ਰਹਾਂਗੇ, ਇਸ ਲਹਿਰ ਦਾ ਹਿੱਸਾ ਜਦੋਂ ਤੱਕ ਕੋਈ ਨਤੀਜਾ ਨਹੀਂ ਨਿਕਲਦਾ ਤੇ ਨਤੀਜਾ ਮਹਾਰਾਜ ਦੀ ਕਿਰਪਾ ਨਾਲ ਕਢਾ ਕੇ ਹੀ ਹਟਾਂਗੇ। ਸੋ ਜਦੋਂ ਉੱਥੇ ਗਿਆ ਜੀ, ਉੱਥੇ ਉਹੀ ਸਰਕਾਰੀ ਅਦਾਰੇ, ਸਾਰਾ ਸਿਸਟਮ ਇਦਾਂ ਜੀ ਉੱਦਾਂ ਜੀ। ਚਲੋ ਪ੍ਰਸ਼ਾਸਨ ਦਾ ਤਾਂ ਮੈਂ ਇਹਦੇ 'ਚ ਕੋਈ ਦੋਸ਼ ਮੰਨਦਾ ਨਹੀਂ, ਉਹਨਾਂ ਨੂੰ ਤਾਂ ਉੱਤੋਂ ਆਰਡਰ ਆਏ ਹੋਏ ਨੇ, ਪਰ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਇਹ ਸੋਚਣਾ ਚਾਹੀਦਾ ਕਿ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨਾਲ ਇਮੇਜ ਥੋੜੀ ਨੈਗੇਟਿਵ ਹੀ ਹੁੰਦੀ ਆ, ਪਬਲਿਕ 'ਚ ਪੋਜ਼ਿਟਿਵ ਨਹੀਂ ਹੁੰਦੀ। ਸੋ ਅੱਗੇ ਲਈ ਕੋਈ ਪਬਲਿਕ ਲਈ ਕੋਈ ਲਾਈਨ ਬਣਾ ਦੇਣੀ ਚਾਹੀਦੀ ਹੈ ਜਿੱਥੇ ਆਮ ਬੰਦਾ ਜਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੇ ਤੇ ਆਪਦੇ ਘਰ ਨੂੰ ਜਾਵੇ। ਆਪਦਾ ਤੁਸੀਂ ਆਪਦਾ ਕੰਮ ਕਰੀ ਚਲੋ, ਸਾਨੂੰ ਆਪਦਾ ਕਰ ਲੈਣ ਦਿਓ। ਬਾਜਵਾ ਸਾਹਿਬ, ਤੁਸੀਂ ਕਾਫੀ ਦਿਨਾਂ ਤੋਂ ਲੱਗੇ ਹੋਏ ਹੋ, ਧਰਨੇ ਮੁਜ਼ਾਹਰਿਆਂ ਦੇ ਵਿੱਚ ਲੱਗੇ ਹੋਏ ਹੋ, ਕਲਾਕਾਰੀ ਮੈਨੂੰ ਲੱਗਦਾ ਕਿ ਤੁਸੀਂ ਇੱਕ ਪਾਸੇ ਹੀ ਰੱਖਤੀ, ਸਟਾਰਿਜ਼ਮ ਇੱਕ ਪਾਸੇ ਰੱਖਤਾ, ਕੋਈ ਨਤੀਜਾ ਨਿਕਲਦਾ ਲੱਗਦਾ ਹੈ? ਕਿਉਂਕਿ ਇੰਨੇ ਦਿਨ ਪਹਿਲਾਂ 25 ਤਰੀਕ ਨੂੰ ਧਰਨੇ ਦਿੱਤੇ, ਉਸ ਤੋਂ ਪਹਿਲਾਂ ਤੁਸੀਂ ਇੰਨੇ ਮੁਜ਼ਾਹਰੇ ਕੀਤੇ, ਫਿਰ ਵੀ ਕੱਲ ਕਾਨੂੰਨ ਪਾਸ ਹੋ ਗਿਆ, ਕਾਨੂੰਨ ਬਣ ਗਿਆ, ਸਾਈਨ ਹੋ ਗਏ, ਕੋਈ ਲੱਗਿਆ ਨਹੀਂ ਕੋਈ ਇਦਾਂ ਕੋਈ ਗੱਲ ਜਿਹੜੀ ਪੰਜਾਬ ਦੀ ਦਿੱਲੀ ਤੱਕ ਪਹੁੰਚੀ ਹੋਵੇ? ਦੇਖੋ, ਆਸ ਤੇ ਦੁਨੀਆ ਜਿਉਂਦੀ ਆ, ਪੰਜਾਬੀ ਨੇ ਜਿਹੜੇ ਉਦਾਂ ਹੀ ਜਿੰਦਾ ਦਿਲ ਨੇ, ਹਾਂ ਪੱਖੀ ਸੋਚ ਲੈ ਕੇ ਚੱਲਦੇ ਨੇ। ਸੋ ਇਹ ਤਾਂ ਸਾਨੂੰ ਪਤਾ ਹੀ ਸੀ, ਕਿਉਂਕਿ ਰਾਸ਼ਟਰਪਤੀ ਵੀ ਉਹ ਉਹਨਾਂ ਦਾ ਹੀ ਆ ਜੀ, ਇਹ ਤਾਂ ਸਾਨੂੰ ਪਤਾ ਹੀ ਸੀ ਵੀ ਉਹ ਪਾਸ ਹੋ ਵੀ ਜਾਣਾ। ਤੇ ਸੈਨ ਉਹਦੇ ਨਾਲ ਨਾਲ ਜਿਹੜੀ ਜੰਮੂ ਕਸ਼ਮੀਰ 'ਚ ਪੰਜਾਬੀ ਸਾਡੀ ਮਾਤਰ ਬੋਲੀ ਚੱਕੀ ਗਈ ਆ, ਉਹਦੇ ਤੇ ਵੀ, ਉਸ ਬਿੱਲ ਤੇ ਵੀ ਕੱਲ ਉਹਨਾਂ ਨੇ ਸਾਈਨ ਕਰਤੇ। ਸੋ ਉਹ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਗਈ ਆ ਉਹਨਾਂ ਨੇ, ਜਿਹੜੇ ਕੱਲ ਰਾਸ਼ਟਰਪਤੀ ਨੇ ਸਾਈਨ ਕੀਤੇ ਆ ਕਿ ਅਸੀਂ ਕਿਸੇ ਵੱਲ ਹੱਥ ਵਧਾਈਏ, ਅਸੀਂ ਕਿਸੇ ਨਾਲ ਕੋਈ ਗੱਲਬਾਤ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰੀਏ ਤੇ ਬੰਦਾ ਸਾਡੇ ਵੱਲ ਪਿੱਠ ਕਰ ਲਵੇ। ਨੈਸ਼ਨਲ ਮੀਡੀਆ ਉਹ ਨਹੀਂ ਦਿਖਾ ਰਿਹਾ, ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ। ਇਹਦੇ ਨਾਲ ਜਿਹੜਾ ਮਾਹੌਲ ਆ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਵੀ ਕੰਟਰੋਲ ਤੋਂ ਬਾਹਰ ਹੋਊਗਾ, ਕਿਉਂਕਿ ਨੌਜਵਾਨ ਜਾਗ ਚੁੱਕੇ ਨੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੀ ਲੜਾਈ ਕਿਹਦੇ ਨਾਲ ਹੈ। ਕੋਈ ਸਾਨੂੰ ਕਿਤਾਬੀ ਬੋਲੀ ਬੋਲਣ ਨਹੀਂ ਆਉਂਦੀ, ਸਾਨੂੰ ਸਿੱਧਾ ਇਹ ਪਤਾ ਲੱਗ ਗਿਆ ਵੀ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਸਿੱਧੇ ਸਾਡੇ ਖੇਤ ਕਾਰਪੋਰੇਟਰ ਘਰਾਣਿਆਂ ਨੂੰ ਦੇਣਾ ਚਾਹੁੰਦੀ ਆ, ਉਹ ਕਿਸੇ ਵੀ ਹਾਲ 'ਚ ਅਸੀਂ ਹੋਣ ਨਹੀਂ ਦੇਵਾਂਗੇ। ਭਾਈ ਸਾਹਿਬ, ਮੈਂ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਗਾਇਕੀ ਤੋਂ ਪਹਿਲਾਂ ਜਦੋਂ ਯੂਨੀਵਰਸਿਟੀ ਕਾਲਜਾਂ 'ਚ ਪੜ੍ਹਦੇ ਸੀ, ਉਦੋਂ ਰੈਲੀਆਂ 'ਚ ਜਾਂਦੇ ਹੁੰਦੇ ਸੀ, ਸ਼ਾਮਲ ਹੁੰਦੇ ਸੀਗੇ, ਤਾਂ ਹੁਣ ਜਦੋਂ ਰੈਲੀਆਂ ਆਪ ਮੋਹਰੇ ਹੋ ਕੇ ਕਰ ਰਹੇ ਹੋ, ਲੀਡਰ ਬਣੇ ਹੋ ਨੌਜਵਾਨਾਂ ਦੇ, ਕਿਉਂਕਿ ਲੀਡਰਾਂ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਕੋਈ ਸੰਘਰਸ਼ ਕਿਤੇ ਪਾਰ ਪੱਤਣ ਲੱਗਣ ਲੱਗਦਾ ਤੇ ਲੀਡਰ ਵਿਕ ਜਾਂਦੇ ਆ, ਤਾਂ ਤੁਸੀਂ ਹੁਣ ਲੀਡਰ ਨਵਾਂ ਇੱਕ ਚਿਹਰਾ ਆ, ਲੀਡਰ ਇੱਕ ਨਵੀਂ ਸੋਚ ਆ, ਕਿਤੇ ਤੁਹਾਡੇ ਤੋਂ ਵੀ ਵਿਸ਼ਵਾਸਘਾਤ ਤਾਂ ਨਹੀਂ ਤੁਹਾਨੂੰ ਹੋ ਜਾਊਗੀ? ਵੀਰੇ, ਪਹਿਲੀ ਗੱਲ ਇਹ ਆ ਵੀ ਉਹ ਇਨਫੋਰਮੇਸ਼ਨ ਥੋੜੀ ਗਲਤ ਆ। ਮੈਂ ਰੈਲੀਆਂ 'ਚ ਜਾਂਦਾ ਸੀ, ਮੈਂ ਸਿਰਫ ਗਾਉਣ ਹੀ ਜਾਂਦਾ ਸੀ, ਮੈਂ ਕਿਸੇ ਪੋਲੀਟੀਕਲ ਰੈਲੀ 'ਚ ਦਾ ਹਿੱਸਾ ਨਾ ਕਦੇ ਬਣਿਆ। ਹਾਂ, ਜਿਹੜੇ ਕਾਲਜਾਂ 'ਚ ਯੂਥ ਫੈਸਟੀਵਲ ਹੁੰਦੀ ਸੀ, ਉੱਥੇ ਮੈਂ ਗਾਉਂਦਾ ਸੀ। ਤੇ ਦੂਜੀ ਗੱਲ ਇਹ ਆ ਵੀ ਮੈਂ ਕੋਈ ਲੀਡਰ ਨਹੀਂ ਬਣਿਆ, ਨਾ ਮੈਂ ਕੋਈ ਸਪੀਚਰ ਆ, ਨਾ ਮੈਨੂੰ ਬੋਲਣ ਦਾ ਢੰਗ ਹੈ, ਨਾ ਮੈਨੂੰ ਬੋਲਣਾ ਆਉਂਦਾ। ਇਹ ਇੱਕ ਸਾਡਾ ਅੰਦਰੋਂ ਦਰਦ ਬੋਲ ਰਿਹਾ, ਮੇਰਾ ਨਹੀਂ, ਹਰ ਇੱਕ ਪੰਜਾਬੀ ਦਾ। ਤੇ ਹਰ ਇੱਕ ਜਿਹੜਾ ਜਿੰਨੀ ਸਾਡੀ ਇੰਡਸਟਰੀ ਆ, ਆਲਮੋਸਟ ਉਹ ਪਿੰਡਾਂ 'ਚੋਂ ਮੁੰਡੇ ਉੱਠ ਕੇ ਗਾਉਣੇ ਵਾਲੇ ਸਾਡੇ ਭਰਾ ਸਾਰੇ ਪੇਂਡੂ ਤੇ ਮੱਧ ਪਰਿਵਾਰਾਂ 'ਚ ਉੱਠ ਕੇ ਅੱਗੇ ਆਏ ਹੋਏ ਨੇ। ਸੋ ਇਹ ਦਰਦ ਉਹਨਾਂ ਦਾ। ਹੁਣ ਅਸੀਂ ਗੀਤਾਂ 'ਚ ਜੱਟ ਜੱਟ ਕਰੀ ਜਾਈਏ, ਕਰਦੇ ਆ, ਮੈਂ ਤਾਂ, ਮੇਰੀ ਤਾਂ ਰੋਜੀ ਰੋਟੀ ਉਹਨਾਂ ਦੇ ਸਿਰ ਤੇ ਚੱਲਦੀ ਆ। ਤੇ ਅੱਜ ਜਦੋਂ ਨਿੱਜੀ ਤੌਰ ਤੇ ਸਾਡਾ ਫਰਜ਼ ਵੀ ਸੀ ਤੇ ਸਾਡੀ ਉਹਨਾਂ ਨੂੰ ਲੋੜ ਵੀ ਸੀ, ਤਾਂ ਮੈਨੂੰ ਲੱਗਦਾ ਸਾਡਾ ਖੜਨਾ ਬਣਦਾ ਸੀ। ਤੇ ਸਾਡੀ ਇੰਡਸਟਰੀ ਨੇ ਜਿਹੜਾ ਸਾਡੇ ਤੇ ਧੱਬਾ ਲੱਗਿਆ ਹੋਇਆ ਕਿ ਯੂਥ ਨੂੰ ਵਿਗਾੜਦੇ ਆ, ਇਦਾਂ ਕਰਦੇ ਆ, ਉਹ ਲਾਤਾ। ਮੈਨੂੰ ਲੱਗਦਾ ਲੀਡਰਾਂ ਦਾ ਫਰਜ਼ ਉਹਨਾਂ ਨੇ ਅੱਗੇ ਹੋ ਕੇ ਨਿਭਾਇਆ। ਜਿੱਦਾਂ ਤੁਸੀਂ ਅੱਗੇ ਲੱਗੇ ਹੋ ਨੌਜਵਾਨਾਂ ਦੇ, ਕੋਈ ਹੋਰ ਵੀ ਲੀਡਰ ਲੱਗੇ ਨੇ, ਮੈਂ ਨਾਮ ਨਹੀਂ ਲਊਂਗਾ, ਕਈ ਨੌਜਵਾਨ ਲੀਡਰਾਂ ਨੂੰ ਤਾਂ RSS ਦੇ ਫੋਨ ਆਉਣ ਲੱਗੇ, ਪਾਰਟੀਆਂ ਦੇ ਫੋਨ ਆਉਣ ਲੱਗੇ, ਜਸ ਬਾਜਵਾ ਨੂੰ ਕੋਈ ਫੋਨ ਨਹੀਂ ਆਇਆ ਕਿ ਭਾਈ ਆਪਾਂ ਬਹਿ ਕੇ ਕੋਈ ਗੱਲਬਾਤ ਕਰ ਲਈਏ? ਮੈਨੂੰ ਲੱਗਦਾ ਵੀ RSS ਦੇ ਫੋਨ ਜਾਂ ਕਿਸੇ ਉਹਦੇ ਫੋਨ, ਮੈਨੂੰ ਤਾਂ 20 ਦਿਨ ਹੋ ਗਏ ਬਾਈ, ਮੈਨੂੰ ਨਹੀਂ ਕੋਈ, ਮੈਂ ਕਹਿੰਦਾ ਵੀ ਫੋਨ ਆਇਆ। RSS ਦਾ ਫੋਨ ਹੋ ਸਕਦਾ ਆ ਵੀ ਗਿਆ ਹੋਊਗਾ, ਬਟ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਵੀ ਆਈ ਡੋਂਟ ਨੋ। ਉਹਨਾਂ ਦਾ ਜਵਾਬ ਉਹ ਵੀ ਦੇ ਸਕਦੇ ਆ ਜੀ, ਆਇਆ ਨਹੀਂ ਆਇਆ। ਪੋਲੀਟੀਕਲ ਪਾਰਟੀਆਂ ਆਫਰ ਕਰ ਰਹੀਆਂ ਨੇ? ਨਹੀਂ, ਮੈਨੂੰ ਕੋਈ ਆਫਰ ਨਹੀਂ। ਮੈਂ ਆਪਦੇ ਤੌਰ ਤੇ ਲੱਗਿਆ ਜੀ, ਮੈਂ ਪੋਲੀਟੀਕਲ ਕਿਸੇ ਪਾਰਟੀ 'ਚ ਮੈਂ ਕੀ ਲੈਣਾ ਜੀ, ਮੇਰਾ ਤਾਂ ਕਿੱਤਾ ਗਾਉਣ ਵਜਾਉਣ ਦਾ। ਇਹ ਮਸਲਾ ਹੱਲ ਹੋ ਜਾਵੇ, ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਉਹਦਾ ਆਉਣ ਵਾਲਾ ਹੱਕ ਮਿਲ ਜਾਵੇ। ਅਸੀਂ ਦੇਖੋ, ਅਸੀਂ ਖੁਸ਼ੀ ਪ੍ਰੋਗਰਾਮਾਂ ਤੇ ਜਾਂਦੇ ਆ, ਸਾਨੂੰ ਚਾਹ ਹੁੰਦਾ। ਅੱਜ ਅਸੀਂ ਉਹ ਚੀਜ਼ਾਂ ਦੁਖਾਂਤ 'ਚ ਕਰ ਰਹੇ ਆ, ਇਹ ਯੂਥ ਨੂੰ ਹਲੇ ਸਮਝ ਨਹੀਂ ਆ ਰਿਹਾ ਹੈਗਾ। ਉਹ ਮੈਂ ਵਾਰ-ਵਾਰ ਉਹਨਾਂ ਨੂੰ ਕਹਿੰਦਾ ਵੀ ਸਾਡੇ ਨਾਲ ਇੱਥੇ ਫੋਟੋਆਂ ਨਾ ਤੁਸੀਂ ਕਰਾਉਣਾ। ਉਹ ਇਹ ਮਸਲਾ ਫੋਟੋਆਂ ਦਾ ਨਹੀਂ, ਇਹ ਸਾਡੀਆਂ ਨਸਲਾਂ ਦਾ, ਸਾਡੀਆਂ ਫਸਲਾਂ ਦਾ, ਸਾਡੀ ਹੋਂਦ ਦੀ ਲੜਾਈ ਆ। ਸੋ ਸਾਡੇ ਦਿਲ 'ਚ ਇੱਕ ਦਰਦ ਲੈ ਕੇ ਘਰੋਂ ਨਿਕਲਦੇ ਹਾਂ ਅਸੀਂ ਵੀ ਯਾਰ ਕਾਸ਼ ਇਹ ਸਾਨੂੰ ਐਂ ਲੱਗੀ ਜਾਂਦਾ ਵੀ ਆਉਣ ਵਾਲੇ 15-20 ਦਿਨਾਂ 'ਚ ਇਹ ਮਸਲਾ ਹੱਲ ਹੋ ਜਾਵੇ। ਸੋ ਜਦੋਂ ਇਹ ਹੱਲ ਹੋ ਗਿਆ, ਸਾਡੇ ਤਾਂ ਢੋਲਕੀ ਛੈਣੇ ਉਦੋਂ ਹੀ ਨਾਲ ਦੀ ਨਾਲ ਅਸੀਂ ਆਪਣੇ ਸ਼ੁਰੂ ਕਰ ਦੇਣੇ ਨੇ। ਬਾਜਵਾ ਸਾਹਿਬ, ਵਿਰੋਧ ਕਰਨੋਂ ਨਹੀਂ ਹਟਦੇ, ਕਿਉਂਕਿ ਉਹ ਕਹਿੰਦੇ ਨੇ ਕਿ ਇਹ ਜਿਹੜੇ ਕਲਾਕਾਰ ਲੱਗੇ ਨੇ ਅੱਜ ਕੱਲ੍ਹ, ਇਹਨਾਂ ਦਾ ਧੰਦਾ ਬੰਦ ਹੋਇਆ, ਮੇਲੇ ਬੰਦ ਹੋਏ, ਖਾੜੇ ਬੰਦ ਹੋਏ ਆ, ਤਾਂ ਕਰਕੇ ਇਸ ਰਾਹ ਤੁਰ ਪਏ, ਨਹੀਂ ਤਾਂ ਪਹਿਲਾਂ ਵੀ ਤਾਂ ਕਿੰਨੇ ਸੰਘਰਸ਼ ਹੋਏ ਨੇ।
ਪਹਿਲਾਂ ਸੰਘਰਸ਼ ਹੋਏ ਨੇ, ਮੈਂ ਵੀ ਮੰਨਦਾ, ਮੈਂ ਵੀ ਇਹ ਗੱਲ ਕਹੀ ਹੈ ਵੀ ਪਹਿਲਾਂ ਬੜੇ ਸੰਘਰਸ਼ ਹੋਏ ਨੇ, ਨਹੀਂ ਕਲਾਕਾਰ ਜਮਾਤ ਬੋਲੀ, ਚਲੋ ਜਿਹੜੇ ਬੋਲੇ ਨੇ ਉਹ ਬੋਲੇ ਵੀ ਨੇ, ਪਰ ਜਿਹੜਾ ਅੱਜ ਇਹ ਸਾਡੀ ਪਿੱਠ 'ਚ ਛੁਰਾ ਮਾਰਿਆ ਨਾ ਜੀ, ਇਹ ਜਿਹੜਾ ਬਿੱਲ ਆਇਆ ਇਹ ਸਿੱਧੇ ਤੌਰ ਤੇ ਇਹ ਸਾਡੇ ਮਤਲਬ ਖੋਹਣ ਵਾਲੀ ਚੀਜ਼। ਸੈਂਟਰ ਨੇ ਅੱਜ ਤੱਕ ਪੰਜਾਬ ਨੂੰ ਦਿੱਤਾ ਕੀ ਆ? ਜੇ ਤਾਂ ਕੁਝ ਦਿੱਤਾ ਹੁੰਦਾ ਚਲੋ ਮੁਲਕ ਨੂੰ ਤਰੱਕੀ ਕਰਨ ਦਾ ਹੱਕ ਹੈ, ਉਹ ਕਰ ਸਕਦਾ ਹੈ, ਪਰ ਇੱਥੇ ਕੀ ਪੰਜਾਬ 'ਚ ਇੱਕ ਵੀ ਬੁੱਧੀਜੀਵੀ ਨਹੀਂ ਹੈਗਾ ਜਿਹਦੀ ਕਿੰਨੀਆਂ ਜਥੇਬੰਦੀਆਂ ਨੇ ਪੰਜਾਬ 'ਚ, 31 ਨੇ, ਕੋਈ ਉਹਨਾਂ ਤੋਂ ਸਲਾਹ ਤਾਂ ਲੈ ਲੈਂਦੇ ਨਾ ਵੀ ਤੁਸੀਂ ਹਾਂ ਜੇ ਸਾਨੂੰ ਬਿੱਲ ਦੇਣੇ ਸੀ ਤਾਂ ਸਾਡੀ ਕਣਕ ਝੋਨਾ ਕਪਾਹ ਤੋਂ ਬਿਨਾਂ ਸਾਨੂੰ ਖੇਤੀ ਕਰਨ ਦਿੰਦੇ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਕਿਹੜੀਆਂ ਫਸਲਾਂ ਬੀਜ ਸਕਦੇ ਹੋ, ਕਿਉਂਕਿ ਪੰਜਾਬ ਦਾ ਪਾਣੀ ਤਾਂ 5-7 ਸਾਲਾਂ 'ਚ ਆਉਣ ਵਾਲੇ ਸਮੇਂ 'ਚ ਉੱਦਾਂ ਹੀ ਮੁੱਕ ਜਾਣਾ। ਸੋ ਇਹ ਬਿੱਲ ਸਾਡੇ ਤੇ ਸਿਰਫ ਇਹ ਖੇਤੀਬਾੜੀ ਆਰਡੀਨੈਂਸ ਨਹੀਂ ਹੈਗਾ, ਇਹ ਸਿਰਫ ਸਾਡੀਆਂ ਜ਼ਮੀਨਾਂ ਹੜੱਪਣ ਦਾ ਤਰੀਕਾ ਬਣਾਇਆ ਗਿਆ। ਤਾਂ ਕਰਕੇ ਇਹ ਜਿਹੜੀ ਜਮਾਤ ਹੈ, ਸਾਡਾ ਜਿਹੜਾ ਕਿੱਤਾ ਵੀ ਲਾ ਲਓ, ਚਲੋ ਕਿੱਤਾ ਵੀ ਨਹੀਂ ਕਹਿੰਦਾ, ਸਾਡੇ ਦਰਦ ਨੇ। ਜਦੋਂ ਸਾਡੇ ਤੋਂ ਆਉਣ ਵਾਲੇ ਸਮੇਂ 'ਚ ਸਾਡੇ ਜਵਾਕ ਜਵਾਬ ਮੰਗਣਗੇ, ਅਸੀਂ ਚਾਹੇ ਬੇਸ਼ੱਕ ਕੈਨੇਡਾ ਅਮਰੀਕਾ ਬੈਠੇ ਹੋਈਏ, ਪਰ ਸਾਡਾ ਦਿਲ ਨਹੀਂ ਉੱਥੇ, ਉਹਨਾਂ ਨੂੰ ਕੋਈ ਪੁਖਤਾ ਜਵਾਬ ਨਹੀਂ ਹੋਊਗਾ ਜਿਹੜਾ ਅਸੀਂ ਦੇ ਸਕੀਏ ਵੀ ਅਸੀਂ ਇੱਥੋਂ ਕਿਉਂ ਭੱਜੇ। ਸੋ ਅਸੀਂ ਭੱਜੇ ਨਹੀਂ, ਜਿੱਥੇ ਸਾਰਾ ਪੰਜਾਬ ਆ ਕੇ ਖੜ ਗਿਆ, ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਜਿਹੜੇ ਧਰਨਿਆਂ 'ਚ ਪਿਛਲੇ 70 ਸਾਲਾਂ ਤੋਂ ਸਾਡੇ ਬਜ਼ੁਰਗ ਜਾ ਰਹੇ ਸੀ, ਅੱਜ ਉਹਨਾਂ ਧਰਨਿਆਂ ਨੂੰ ਅਸੀਂ ਆਪਣੇ ਮੋਢਿਆਂ ਤੇ ਚੱਕ ਲਿਆ। ਹਾਈਲਾਈਟ ਅਸੀਂ ਤਾਂ ਹੋ ਗਏ ਕਿਉਂਕਿ ਸਾਡਾ ਕਿੱਤਾ ਗਾਉਣ ਦਾ ਹਰ ਇੱਕ ਚਿਹਰਾ ਫੇਮਸ ਹੈ, ਮੀਡੀਆ ਹਰ ਇੱਕ ਬੰਦਾ ਸਾਨੂੰ ਪੁੱਛਦਾ। ਸੋ ਤਾਂ ਕਰਕੇ ਅਸੀਂ ਮੂਹਰੇ ਹੋ ਕੇ ਲੜਾਈ ਆਪਣੇ ਬਜ਼ੁਰਗਾਂ ਦੀ ਹੀ ਲੜ ਰਹੇ ਹਾਂ। ਭਾਈ ਬਸ ਤੁਸੀਂ ਖੇਤੀ ਕਰਦੇ ਰਹੇ ਹੋ, ਤੁਹਾਡੇ ਪੁਰਖੇ ਵੀ ਕਰਦੇ ਤੇ ਹੁਣ ਵੀ ਕਰਦੇ ਹੋ ਤੁਸੀਂ। ਕਈ ਵਾਰੀ ਜਦੋਂ ਖੇਤੀ ਤੁਸੀਂ ਕਰਦੇ ਹੋਏ ਸੀਗੇ ਪਹਿਲਾਂ, ਵੈਸੇ ਮਤਲਬ ਪੂਰਾ ਟਾਈਮ ਜਦੋਂ ਦਿੰਦੇ ਸੀਗੇ, ਤਾਂ ਉਦੋਂ ਮਨ ਦੇ ਵਿੱਚ ਕੋਈ ਆਉਂਦੀ ਸੀਗੀ ਖਿਆਲ ਕਿ ਯਾਰ ਖੇਤੀ ਦੇ ਵਿੱਚ ਇਹੋ ਜਿਹੇ ਸੁਧਾਰ ਹੋਣੇ ਚਾਹੀਦੇ ਆ ਕਿ ਜਿਹੜੇ ਸੁਧਾਰ ਨਹੀਂ ਹੋਏ? ਕਿਉਂਕਿ ਤੁਸੀਂ ਆ ਫਸਲਾਂ ਲੈ ਕੇ ਮੰਡੀਆਂ 'ਚ ਜਾਂਦੇ, ਉੱਥੇ ਕਈ ਤਰ੍ਹਾਂ ਦੀਆਂ, ਅਸੀਂ ਵੀ ਜਾਂਦੇ ਰਹੇ ਹਾਂ, ਤਾਂ ਸਾਨੂੰ ਉੱਥੇ ਬੜੀਆਂ ਕਮੀਆਂ ਮਹਿਸੂਸ ਹੁੰਦੀਆਂ ਸੀ। ਜਸ ਬਾਜਵਾ ਨੂੰ ਕਿਹੜੀ ਕਮੀ ਲੱਗਦੀ ਸੀ ਕਿ ਇਹ ਸੁਧਾਰ ਦੇਣੀ ਚਾਹੀਦੀ? ਬਹੁਤ ਕਮੀਆਂ ਲੱਗਦੀਆਂ ਸੀ, ਤੇ ਮੈਂ ਉਹੀ ਤਾਂ ਗੱਲ ਪਹਿਲਾਂ ਕਹਿ ਕੇ ਹਟਿਆ, ਜੇ ਬਿੱਲਾਂ 'ਚ ਸੋਧ ਕਰਨੀ ਸੀ, ਦੇਖੋ ਹਰ ਇੱਕ ਜ਼ਿਮੀਂਦਾਰ ਕੋਲੇ ਮੱਧ ਵਰਗ 80% ਪੰਜਾਬ ਦੇ ਕਿਸਾਨ ਉਹ ਨੇ ਜਿਨ੍ਹਾਂ ਕੋਲ 5 ਕਿੱਲਿਆਂ ਤੋਂ ਥੱਲੇ ਦੀ ਖੇਤੀ ਹੈ ਜਾਂ 5 ਕਿੱਲੇ ਆ। ਜੇ ਕੋਈ ਬਿੱਲ ਬਣਾਉਣਾ ਸੀ, ਹੁਣ ਕੀ ਹੁੰਦਾ ਕਿ ਹਰ ਇੱਕ ਘਰ 'ਚ ਟਰੈਕਟਰ ਨਹੀਂ ਹੈਗਾ ਜ਼ਿਮੀਂਦਾਰ ਕੋਲੇ, ਵੱਡੇ ਜ਼ਿਮੀਂਦਾਰ ਕੋਲ ਹੈਗਾ, ਛੋਟੇ ਕੋਲ ਨਹੀਂ ਹੋਗਾ, ਮੰਗ ਕੇ ਇੱਕ ਦੂਜੇ ਤੋਂ ਸਾਰਦੇ ਆ। ਜਿਹੜੀਆਂ ਸਰਕਾਰੀ ਸੁਸਾਇਟੀਆਂ ਬਣੀਆਂ ਹੋਈਆਂ ਨੇ ਗ੍ਰਾਮ ਪੰਚਾਇਤਾਂ ਵਾਲੀਆਂ, ਉੱਥੇ ਸਰਕਾਰੀ ਟਰੈਕਟਰ ਆਉਣੇ ਚਾਹੀਦੇ ਸੀ, ਸਰਕਾਰੀ ਸੰਦ ਆਉਣੇ ਚਾਹੀਦੇ ਸੀ, ਸਾਨੂੰ ਸਾਡੀਆਂ ਫਸਲਾਂ ਤੇ ਇੰਸ਼ੋਰੈਂਸ ਮਿਲਣੀ ਚਾਹੀਦੀ ਸੀ। ਹੁਣ ਮੀਂਹ ਆ ਜਾਂਦਾ, ਸਾਨੂੰ ਕੀ ਮਿਲਦਾ? ਮੁਆਵਜ਼ਾ। ਜੇ ਮਿਲਦਾ ਵੀ ਹੈ ਤਾਂ ਇਹ ਜਿਹੇ ਮੁਆਵਜ਼ੇ ਤੇ ਮਤਲਬ ਨਾ ਮਾਤਰ ਹੀ ਹੁੰਦਾ, ਪਹਿਲਾਂ ਹਾੜੇ ਕੱਢਦੇ ਆ ਮਸਾਂ ਉਹ ਮਿਲਦਾ। ਸੋ ਤਾਂ ਕਰਕੇ ਜਿਹੜਾ ਬਿੱਲ ਬਣਨਾ ਚਾਹੀਦਾ ਸੀ ਉਹ ਕਿਸਾਨੀ ਪੱਖ ਦਾ ਬਣਨਾ ਚਾਹੀਦਾ ਸੀ, ਤਾਂ ਜੋ ਜਿਹੜੇ ਨੌਜਵਾਨ ਅੱਗੇ ਖੇਤੀ 'ਚ ਆਉਣਾ ਚਾਹੁੰਦੇ ਆ। ਹੁਣ ਤਾਂ ਦੇਖੋ ਖੇਤੀਬਾੜੀ ਦਾ ਕਿੱਤਾ ਸਪਸ਼ਟ ਤੌਰ ਤੇ ਮੈਨੂੰ ਤੁਹਾਨੂੰ ਇਹ ਗੱਲ ਦੱਸਦਾ ਵੀ ਇਹ 'ਚ ਕੱਢਣ ਪਾਉਣ ਨੂੰ ਕੁਛ ਨਹੀਂ। ਖੇਤੀ ਨਾਲ ਕੀ ਆ, ਘਰੇ 4 ਮੈਸਾਂ ਰੱਖ ਲਈਆਂ, ਖਾਣ ਨੂੰ ਦਾਣੇ ਆ ਗਏ ਤੇ ਘਰ ਦਾ ਦੁੱਧ ਆ ਗਿਆ, ਬਸ ਉਹ ਸਰਕਲ ਹੀ ਘੁੰਮਦਾ। ਜੇ ਤੁਸੀਂ ਕਹੋ ਸਾਨੂੰ ਪ੍ਰੋਫਿਟ ਹੁੰਦਾ ਸੀ ਖੇਤੀ 'ਚੋਂ, ਚਾਹੇ ਕੋਈ 50 ਕਿੱਲੇ ਵਾਲਾ ਜ਼ਿਮੀਂਦਾਰ ਆ, ਚਾਹੇ ਕੋਈ 5 ਕਿੱਲੇ ਵਾਲਾ ਜ਼ਿਮੀਂਦਾਰ ਆ, ਉਹ ਵੱਟਾਂ ਦੀ ਕਮਾਈ ਵੱਟਾਂ ਦੀ ਲੱਗ ਜਾਂਦੀ ਸੀ, ਜਾਂ ਸਾਡੇ ਘਰ ਦਾ ਖਰਚਾ ਚੱਲਦਾ, ਹੋਰ ਕਮਾਉਣ ਨੂੰ ਕੁਝ ਨਹੀਂ ਸੀ। ਜਾਂ ਵੱਧ ਤੋਂ ਵੱਧ ਸਾਡੀ ਖੇਤੀ ਦਾ ਇਹ ਫਾਇਦਾ ਸੀ ਵੀ ਸਾਡੀਆਂ ਲਿਮਟਾਂ ਹੋ ਜਾਂਦੀਆਂ ਨੇ। ਸੋ ਹੁਣ ਜਦੋਂ ਜ਼ਮੀਨਾਂ ਦੇ ਰੇਟ ਹੀ, ਜੇ ਮੰਨ ਲਓ ਸਰਕਾਰੀ ਰੇਟ 17-18 ਲੱਖ ਹੈ ਤਾਂ ਉਹਦੇ ਤੇ ਲੱਖ 2-3 ਲੱਖ ਦੀ ਲਿਮਟ ਹੋ ਜੂਗੀ। ਹੁਣ ਜਦੋਂ ਕਿੱਲੇ ਦਾ ਰੇਟ ਹੀ 4 ਲੱਖ ਰਹਿ ਗਿਆ ਤਾਂ ਉਹ 'ਚ ਲਿਮਟ ਵੀ ਹਜ਼ਾਰਾਂ ਦੇ ਤੌਰ ਤੇ ਹੋਊਗੀ। ਸੋ ਜਿਹੜੇ ਸਾਡੇ ਭਰਾ ਬਾਹਰਲੇ ਮੁਲਕਾਂ 'ਚ ਜ਼ਮੀਨਾਂ ਤੇ ਲਿਮਟਾਂ ਕਰਾ ਜਾਂਦੇ ਆ, ਜ਼ਿਮੀਂਦਾਰ ਨੇ ਤਾਂ ਦੇਖੋ ਜਾਂ ਆੜਤੀ ਕੋਲ ਜਾਣਾ ਜਿਹਦਾ ਇਹ ਵਿੱਚੋਂ ਕੱਢਣ ਨੂੰ ਫਿਰਦੇ ਨੇ, ਜਾਂ ਜ਼ਮੀਨ ਤੇ ਲਿਮਟ ਕਰਾਉਣੀ ਆ, ਹੋਰ ਤਾਂ ਕੋਈ ਚਾਰਾ ਹੈ ਹੀ ਨਹੀਂ। ਕੋਈ ਸਿਸਟਮ ਇਦਾਂ ਦਾ ਚਾਹੀਦਾ ਸੀ, ਸਹਿਕਾਰੀ ਬੈਂਕ ਬਣਦੇ, ਉਹਨਾਂ 'ਚ ਜਦ ਤੱਕ ਜ਼ਿਮੀਂਦਾਰ ਦੀ ਫਸਲ ਨਹੀਂ ਆਉਂਦੀ ਉਹ ਉੱਥੋਂ ਪੈਸੇ ਲੈ ਸਕਦਾ ਸੀ। ਸਾਡੇ ਬੀਜਾਂ ਲਈ ਉਹ ਪਹਿਲਾਂ ਸਾਨੂੰ ਪੈਸੇ ਦਿੰਦੇ, ਉਦੋਂ ਬਾਅਦ 'ਚ ਜਦੋਂ ਸਾਡੀ ਫਸਲ ਆਉਂਦੀ, ਜੇ ਉਹਦੀ ਇੰਸ਼ੋਰੈਂਸ ਹੁੰਦੀ ਬਕਾਇਦਾ, ਜੇ ਕੋਈ ਨੁਕਸਾਨ ਹੁੰਦਾ ਉਹਦੀ ਭਰਪਾਈ ਕਰਕੇ ਫਿਰ ਉਹਦਾ ਮੁੱਲ ਲੱਗਦਾ। ਸਾਡੀਆਂ ਫਸਲਾਂ ਦਾ ਤੁਸੀਂ ਮੁੱਲ ਤਾਂ ਦੇਖੋ ਜੀ, ਐਤਕੀ ਕਿੰਨਾ ਵਧਾਇਆ? 50 ਰੁਪਏ। ਸੋ ਇਹ ਹਮੇਸ਼ਾ ਕੇਂਦਰ ਦੀ ਸਰਕਾਰ ਵੱਲੋਂ ਹੋਸ਼ਾ ਮਜ਼ਾਕ ਕੀਤਾ ਗਿਆ ਜ਼ਿਮੀਂਦਾਰ ਨਾਲ। ਕਦੇ ਵੀ ਇਹ ਵੀ ਬਿੱਲ ਪੱਖਦੇ ਨਹੀਂ, ਜਿਹੜੇ ਪਹਿਲਾਂ ਆਏ ਨੇ ਉਹ ਵੀ ਪੱਖਦੇ ਨਹੀਂ। ਜੇ ਪੱਖਦੇ ਸੀ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਦੇ, ਜ਼ਿਮੀਂਦਾਰ ਨੂੰ 1.5 ਗੁਣਾ ਵੱਧ ਮੁੱਲ ਉਹਦੀ ਫਸਲ ਦਾ ਮਿਲਦਾ, ਤਾਂ ਅਸੀਂ ਇੱਕ ਖੁਸ਼ਹਾਲ ਸੂਬਾ ਸਿਰਜਦੇ। ਤੇ ਹੁਣ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਸਿੱਧੇ ਤੌਰ ਤੇ ਧੱਕਾ ਜੀ। ਅੱਛਾ, ਸੰਘਰਸ਼ ਕਰ ਰਹੇ ਹੋ ਕਿਸਾਨ, ਸਾਰਾ ਸੜਕਾਂ ਤੇ, ਨੌਜਵਾਨੀ ਵੀ ਸੜਕ ਤੇ ਆ ਗਈ। ਜਸ ਬਾਜਵਾ ਨੂੰ ਪਰਸਨਲੀ ਕੀ ਉਮੀਦ ਹੈ ਕਿ ਇਹ ਬਿੱਲ ਜਿਹੜਾ ਵਿੱਚ ਸੋਧ ਹੋ ਜੂ? ਕਿਉਂਕਿ ਹੁਣ ਤਾਂ ਇਹ ਬਦਲਨੇ ਨਹੀਂਗੇ, ਇਹਨਾਂ 'ਚ ਸੋਧ ਹੀ ਹੋਣੀ ਆ, ਲੱਗਦਾ ਕਿ ਸੋਧ ਹੋ ਜੂਗੀ? ਮੈਂ ਬਾਈ ਜੀ ਉਹੀ ਤਾਂ ਮੈਂ ਤੁਹਾਡੇ ਮੀਡੀਆ ਦੇ ਥਰੂ ਵੀ ਇਹੀ ਰੌਲਾ ਪਾਉਣਾ ਹੈ ਕਿ ਮੈਂ ਬਹੁਤ ਦਿਨਾਂ ਤੋਂ ਕਹਿ ਰਿਹਾ ਸੀ ਕਿ ਬਾਈਕਾਟ। ਹੁਣ ਵੀ ਮੈਂ ਇਹੀ ਗੱਲ ਕਹਿ ਰਿਹਾ ਵੀ ਬਾਈਕਾਟ ਦਾ ਮਤਲਬ ਇਹ ਆ ਵੀ ਉੱਥੇ ਬੁੱਧੀਜੀਵੀ ਬੰਦੇ ਬੈਠਣ। ਹੁਣ ਜੋ ਮੋਰਚਾ ਖੁੱਲਿਆ, ਸੰਘਰਸ਼ ਖੁੱਲਿਆ, ਇੱਕ ਪੂਰੇ ਪੀਕ ਤੇ ਆ, ਜੋਸ਼ ਤੇ, ਪੰਜਾਬ 'ਚ ਦੂਜੀ ਗੱਲ ਨਹੀਂ ਹੋ ਰਹੀ, ਪਰ ਦੁਖਾਂਤ ਇਹ ਆ ਸਾਨੂੰ ਆਗੂ ਨਹੀਂ ਮਿਲ ਰਿਹਾ। ਸਾਡਾ ਲੀਡਰ, ਸਿਆਸੀ ਪਾਰਟੀਆਂ ਨੂੰ ਇਹ ਚਾਹੀਦਾ ਵੀ ਹਰ ਇੱਕ ਚੀਜ਼ ਤੋਂ ਉੱਤੇ ਉੱਠ ਕੇ ਇੱਕ ਮੰਚ ਤੇ ਆ ਕੇ ਕਹਿ ਤਾਂ ਸਾਰੀ ਰਹੇ ਆ ਵੀ ਅਸੀਂ ਤੁਹਾਡੀ ਲੜਾਈ, ਜਦੋਂ ਹਰ ਇੱਕ ਬੰਦੇ ਦਾ ਏਜੰਡਾ ਇੱਕ ਹੈ
ਤਾਂ ਉਹਦਾ ਝੰਡਾ ਕਿਉਂ ਵੱਖ-ਵੱਖ ਹੈ? ਉਹਨੂੰ ਝੰਡਾ ਵੀ ਜੇ ਸਿਆਸੀ ਲੀਡਰ ਆ ਗਏ ਤਾਂ ਫਿਰ ਤਾਂ ਖਤਮ ਹੋ ਜਾਊਗਾ ਨਾ ਇਹ ਚੀਜ਼ਾਂ। ਸੰਘਰਸ਼ ਪਹਿਲਾਂ ਵੀ ਕਿੰਨੇ ਰਹੇ, ਤੁਹਾਡੇ ਚੋਂ ਕਿਉਂ ਨਹੀਂ ਲੀਡਰ ਕੋਈ ਉੱਠਦਾ? ਬਾਈ ਜੀ ਇਹ ਹੁਣ ਪੰਜਾਬ ਦਾ ਦੁਖਾਂਤ ਹੈ, ਤਰਾਸਦੀ ਹੈ। ਜੇ ਅੱਜ ਮੈਂ ਕਹਿ ਦਵਾਂ ਵੀ ਮੈਂ ਲੀਡਰ ਬਣੂੰਗਾ, ਪਹਿਲੀ ਤਾਂ ਗੱਲ ਇਹ ਆ ਵੀ ਮੈਂ ਇੱਕ ਤੁਹਾਨੂੰ ਗੱਲ ਕਹੀ ਆ, ਮੈਂ ਲੀਡਰ ਬਣਨਾ ਨਹੀਂ ਚਾਹੁੰਦਾ, ਨਾ ਮੇਰੇ ਚੋਂ ਕੁਆਲਿਟੀਆਂ ਨੇ। ਮੈਂ ਸਿਰਫ ਰੌਲਾ ਪਾ ਸਕਦਾ। ਮੈਂ ਘਰੋਂ ਕਿਉਂ ਨਿਕਲਿਆ ਸੀ? ਜਵਾਨੀ ਨੂੰ ਜਗਾਉਣ ਵਾਸਤੇ, ਵੀ ਸਾਡੇ ਹੱਕਾਂ ਤੇ ਡਾਕਾ ਵੀਰੋ ਤੁਸੀਂ ਉੱਠੋ। ਕਲਾਕਾਰਾਂ ਨੂੰ ਯੂਥ ਫੋਲੋ ਕਰਦਾ, ਲੋਕਾਂ ਨੂੰ ਗੱਲ ਸਮਝ ਲੱਗੀ। ਜੇ ਹੁਣ ਦੇਖੋ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਸਿਸਟਮ ਨੂੰ ਜੇ ਚੇਂਜ ਕਰਨਾ ਸਿਸਟਮ ਦੇ ਵਿੱਚ ਹੀ ਵੜਨਾ ਪਊਗਾ, ਪਰ ਮੈਨੂੰ ਲੱਗਦਾ ਕਿ ਮੈਂ ਇੰਨਾ ਕਾਬਲ ਨਹੀਂ ਹੈਗਾ ਕਿ ਮੈਂ ਉਹ ਸਿਸਟਮ ਨੂੰ ਚੇਂਜ ਕਰ ਸਕਾਂ। ਸਾਨੂੰ ਕੋਈ ਪੜ੍ਹਿਆ ਲਿਖਿਆ ਬੇਦਾਗ ਜਿਹਦਾ ਪੰਜਾਬ ਹਤੈਸ਼ੀ ਹਮਦਰਦ ਲੀਡਰ, ਸਾਨੂੰ ਉਹ ਲੀਡਰ ਚਾਹੀਦਾ। ਹੁਣ ਇੱਕਦਮ ਤਾਂ ਉਹ ਪੈਦਾ ਹੋਣ ਨਹੀਂ ਲੱਗਿਆ, ਰਣਨੀਤੀ ਲਿਖਣੀ ਪੈਣੀ ਆ। ਸੋ ਕਿਤੇ ਨਾ ਕਿਤੇ ਜਾ ਕੇ ਰਣਨੀਤੀ ਦੀ ਘਾਟ ਹੈ। ਸੋ ਜਦੋਂ ਤੱਕ ਅਸੀਂ ਰਣਨੀਤੀ ਨਾਲ ਨਹੀਂ ਚੱਲਦੇ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ। ਸਾਨੂੰ ਮੈਂ ਆਸ ਕਰਦਾ ਕਿ ਲੀਡਰ ਮਿਲੂਗਾ, ਤੇ ਇਹ ਵੀ ਮੈਂ ਜ਼ਰੂਰ ਕਹਿਣਾ ਕਿ ਇਹ ਬਿੱਲ 'ਚ ਅਸੀਂ ਜਦੋਂ ਤੱਕ ਸੋਧ ਨਹੀਂ ਹੁੰਦੀ ਡਟੇ ਰਹਾਂਗੇ, ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਉਹਦੇ ਲਈ। ਅਸੀਂ ਰਲ ਕੇ ਏਕੇ ਨਾਲ ਚੱਲਾਂਗੇ। ਸੋ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਹੱਲ ਜਦੋਂ ਸੂਬੇ ਇਕੱਠੇ ਹੋਣਗੇ, ਸਰਕਾਰ ਤੇ ਪ੍ਰੈਸ਼ਰ ਆਊਗਾ ਤਾਂ ਜ਼ਰੂਰ ਨਿਕਲੂਗਾ। ਧੰਨਵਾਦ ਬਾਜਵਾ ਸਾਹਿਬ, ਗੱਲਬਾਤ ਕਰ ਲਈ ਤੁਸੀਂ, ਸਮਾਂ ਤੁਹਾਡਾ ਬਹੁਤ ਕੀਮਤੀ ਹੈ। ਸੋ ਅੱਜ ਨੌਜਵਾਨੀ ਦੇ ਹੱਕ ਜਿਹੜੇ ਲੈਣ ਦੇ ਲਈ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੀ ਸੋਚ ਉੱਪਰ ਪਹਿਰਾ ਦੇ ਰਹੇ ਨੇ ਇਹ ਨੌਜਵਾਨ। ਬੜੇ ਚਿਰ ਬਾਅਦ, ਬੜੇ ਲੰਬੇ ਸਮੇਂ ਬਾਅਦ ਇਹ ਸੰਘਰਸ਼ ਉੱਠਿਆ ਆ, ਨੌਜਵਾਨੀ ਜਾਗੀ ਹੈ। ਤੇ ਜਦੋਂ ਨੌਜਵਾਨੀ ਜਾਗਦੀ ਹੈ ਤਾਂ ਫਿਰ ਇਤਿਹਾਸ ਰਚੇ ਜਾਂਦੇ ਨੇ। ਤਾਂ ਹੁਣ ਜਦੋਂ ਇਤਿਹਾਸ ਰਚੇ ਜਾਣਗੇ ਉਦੋਂ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਸਿਆਸਤਦਾਨ ਹਮੇਸ਼ਾ ਇਹ ਕੋਸ਼ਿਸ਼ਾਂ ਕਰਦੇ ਹੁੰਦੇ ਆ ਕਿ ਜਿਹੜੇ ਸੰਘਰਸ਼ ਆ ਉਹਨਾਂ ਨੂੰ ਪੀਕ ਤੱਕ ਨਾ ਪਹੁੰਚਾਇਆ ਜਾਵੇ, ਉਹਨਾਂ ਦਾ ਜਿਹੜਾ ਨਤੀਜਾ ਵਾ ਉਹ ਨਾ ਦਿੱਤਾ ਜਾਵੇ। ਪਰ ਇਹ ਅਜਿਹੇ ਲੀਡਰ ਚੰਗੀ ਸੋਚ ਵਾਲੇ, ਨਵੀਂ ਸੋਚ ਵਾਲੇ ਤੇ ਨਵੇਂ ਜੋਸ਼ ਵਾਲੇ ਉੱਠੇ ਨੇ। ਸੋ ਦੇਖਦੇ ਆ ਕਿ ਇਹ ਜੋਸ਼ ਕਿਤੇ ਠੰਡਾ ਨਾ ਪੈ ਜਾਏ, ਕਿਉਂਕਿ ਕਈ ਅਜਿਹੇ ਲੀਡਰਾਂ ਨੂੰ ਫੋਨ ਵੀ ਆ ਰਹੇ ਨੇ, ਬੈਠਣ ਦੀ ਸਲਾਹ ਵੀ ਦਿੱਤੀ ਜਾ ਰਹੀ ਕਿ ਆਪਾਂ ਬੈਠੀਏ, ਵਿਚਾਰ ਵਟਾਂਦਰਾ ਕਰੀਏ। ਤਾਂ ਬੈਠਣ ਦੇ ਕੀ ਮਤਲਬ ਹੁੰਦੇ ਆ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ, ਪਰ ਚੰਗੀ ਗੱਲ ਹੈ ਕਿ ਇਹ ਬੈਠਣ ਬਿਠਾਉਣ ਦੀਆਂ ਗੱਲਾਂ ਤੋਂ ਉੱਪਰ ਉੱਠ ਕੇ ਸਿਰਫ ਤੇ ਸਿਰਫ ਪੰਜਾਬ ਬਾਰੇ ਅਤੇ ਪੰਜਾਬ ਦੀ ਕਿਸਾਨੀ ਬਾਰੇ ਸੋਚ ਰਹੇ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਬਟਾਲਾ।